ਕਈ ਲੋਕਾਂ ਦਾ ਇਹ ਕਹਿਣਾ ਆ ਕਿ ਸਿੱਖਾਂ ਦੀ ਆਪਣੀ ਕੋਈ ਆਰਕੀਟੈਕਚਰ ਨਹੀਂ ਹੈ। ਹਾਂ, ਇਹਦੇ ਵਿੱਚ ਮੁਗਲ ਆਰਕੀਟੈਕਚਰ ਦਾ ਵੀ ਕੁਝ ਅਸਰ ਹੈ, ਰਾਜਸਥਾਨ ਆਰਕੀਟੈਕਚਰ ਦਾ ਵੀ ਅਸਰ ਹੈ, ਲੇਕਿਨ ਆਪਣੀ ਸੱਭਿਅਤਾ ਦਾ, ਆਪਣੇ ਮਾਹੌਲ ਦਾ, ਆਪਣੀ ਕਾਰੀਗਰਾਂ ਦਾ ਸਾਰਾ ਮਿਲ ਕੇ ਇਹ ਆਪਣੇ ਆਪ 'ਚ ਇੱਕ ਨਵੇਕਲਾ ਇਮਾਰਤਸਾਜ਼ੀ ਦਾ ਨਮੂਨਾ ਨਿਕਲ ਕੇ ਆਇਆ ਹੈ। ਜਿੰਨਾ ਵੀ ਅਸੀਂ ਕੰਮ ਸ਼ਾਮਿਲ ਕਰ ਰਹੇ ਹਾਂ ਉਹ ਜਾਂ ਤਾਂ ਗੁਰੂ ਸਾਹਿਬਾਨ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਕੋਈ ਵੀ ਗੁਰਦੁਆਰਾ ਸਾਹਿਬ ਹੈ ਜਾਂ ਕੋਈ ਹੋਰ ਇਮਾਰਤ ਹੈ, ਉਹਨੂੰ ਉਹਦੇ ਵਿੱਚ ਜੋੜਿਆ ਗਿਆ ਹੈ। ਜਿਹੜੇ ਸਿੱਖ ਸ਼ਾਸਕ ਆ, ਮਹਾਰਾਜਾ ਰਣਜੀਤ ਸਿੰਘ ਹੋਣ, ਮਹਾਰਾਜਾ ਫਰੀਦਕੋਟ ਹੋਣ, ਮਹਾਰਾਜਾ ਕਪੂਰਥਲਾ ਹੋਣ, ਮਤਲਬ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਜਿਹੜੀਆਂ ਚੰਗੀ ਇਮਾਰਤ ਸਾਜ਼ੀ ਹੋਈ ਆ ਉਹਨੂੰ ਮਤਲਬ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਜਿਹੜੀ ਭਵਨ ਨਿਰਮਾਣ ਕਲਾ ਦੇ ਵਿੱਚ ਜਿਹੜੀਆਂ ਦੂਸਰੀਆਂ ਸ਼ਾਸਨ ਰਾਜਿਆਂ ਦੇ ਵੱਲੋਂ ਬਣਾਈ ਗਈਆਂ ਉਹਨਾਂ 'ਚ ਕੀ ਫਰਕ ਹੈ ਇਹਨਾਂ ਦੋਨਾਂ ਦੇ ਵਿੱਚ? ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ 3 ਐਪੀਸੋਡ ਹੋਣਗੇ 2-2 ਘੰਟੇ ਦੇ। ਪਹਿਲਾ 7 ਤਰੀਕ ਨੂੰ ਹੋਏਗਾ, ਦੂਸਰਾ 14 ਨੂੰ ਹੋਏਗਾ, ਤੀਸਰਾ 21 ਤਰੀਕ ਨੂੰ ਹੋਏਗਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲੁਟਰੇਟ। ਵਿਧਾਨ ਸਭਾ ਦੇ ਵਿੱਚ ਸਪੈਸ਼ਲ ਇਜਲਾਸ ਬੁਲਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ ਪੁਰਬ 'ਤੇ, ਤਾਂ ਜੋ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਲੈ ਕੇ ਜਿੱਥੋਂ ਪੰਜਾਬ ਦੀ ਜਾਣੀ ਕਾਨੂੰਨ ਬਣਦੇ ਨੇ, ਉੱਥੋਂ ਦੇ ਜਿਹੜੇ ਵਿਧਾਇਕ ਨੇ ਉੱਥੋਂ ਕੋਈ ਸਿੱਖਿਆਵਾਂ ਲੈ ਸਕਣ। ਇਸੇ ਪਰੰਪਰਾ ਨੂੰ ਤੋਰਦੇ ਹੋਏ 7 ਤਰੀਕ ਨੂੰ ਇੱਕ ਸਿੱਖ ਆਰਕੀਟੈਕਟ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ, ਜਿਹਦੇ ਵਿੱਚ ਇਹ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨਾਲ, ਸਿੱਖ ਸ਼ਾਸਨ ਕਾਲ ਦੇ ਰਾਜਿਆਂ ਨਾਲ ਜਾਂ ਉਸ ਕਾਰਜਕਾਲ ਦੌਰਾਨ ਜਿਹੜੀ ਇਮਾਰਤ ਸਾਜੀ ਹੋਈ ਹੈ ਉਹ ਇੰਨੀ ਸੰਭਾਲੀ ਨਹੀਂ ਗਈ। ਉਹਦੇ ਵਿੱਚ ਯਾਨੀ ਉਹਨੂੰ ਦਸਤਾਵੇਜ਼ ਤੌਰ 'ਤੇ ਨਹੀਂ ਬਣਾਇਆ ਗਿਆ, ਨਾ ਉਹ 'ਤੇ ਇੰਨਾ ਗੱਲਬਾਤ ਚਰਚਾ ਹੋਈ ਹੈ। ਉਸ ਦੇ ਉਪਰਾਲੇ ਸੰਬੰਧੀ ਸਰਕਾਰ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਜਿਨ੍ਹਾਂ ਨੇ ਸਰਚ ਕੀਤੀ ਹੈ ਇਸ 'ਤੇ, ਜਿੰਨੀਆਂ ਇਮਾਰਤਾਂ ਬਣੀਆਂ ਨੇ ਜਾਂ ਇਮਾਰਤ ਕਲਾ ਬਾਰੇ ਜਿਹੜੀ ਗੱਲ ਹੋਈ ਹੈ ਉਹ ਚਰਚਾ ਕਰਨਗੇ। ਲਗਾਤਾਰ 3 ਕਿਸ਼ਤਾਂ ਵਿੱਚ ਇਹ ਪ੍ਰੋਗਰਾਮ ਹੋਏਗਾ, ਵੱਖ-ਵੱਖ ਵਰਗਾਂ 'ਚ ਵੰਡਿਆ ਗਿਆ, ਜਿਹਦੇ ਵਿੱਚ ਗੁਰੂ ਸਾਹਿਬਾਨਾਂ ਦੀ ਗੱਲ ਹੋਏਗੀ ਜਾਂ ਸਿੱਖ ਸ਼ਾਸਕਾਂ ਦੀ ਗੱਲ ਹੋਏਗੀ, ਜਾਂ ਉਸ ਤੋਂ ਬਾਅਦ ਜਿਹੜੇ ਬਦਲਾਅ ਹੋਏ ਨੇ ਆਧੁਨਿਕਤਾ ਵਿੱਚ, ਆਧੁਨਿਕਤਾ ਕਾਰਨ ਜਿਹੜੇ ਬਦਲਾਅ ਆਏ ਨੇ ਉਹਨਾਂ ਦੀ ਚਰਚਾ ਹੋਏਗੀ। ਅਤੇ ਫਿਰ ਉਸ ਦੀ ਇੱਕ ਦਸਤਾਵੇਜ਼ ਬਣਾਇਆ ਜਾਏਗਾ, ਭਾਸ਼ਣ ਉਹਦੇ ਸਾਰੇ ਰਿਕਾਰਡ ਕਰਕੇ ਇੱਕ ਦਸਤਾਵੇਜ਼ ਬਣਾ ਕੇ ਇੱਕ ਰੱਖਿਆ ਜਾਏਗਾ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਪੂਰਾ ਪ੍ਰੋਗਰਾਮ ਕੀ ਹੈ ਅਤੇ ਕਿਵੇਂ ਉਹ ਸਿਰੇ ਚਾੜਨਗੇ ਅਤੇ ਉਹ 'ਚ ਕਿਸ ਤਰ੍ਹਾਂ ਦੀ ਚਰਚਾ ਹੋਗੀ। ਬਾਘਾ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਬਾਘਾ ਸਾਹਿਬ, ਪਹਿਲਾਂ ਤਾਂ ਜਿਹੜਾ ਸਿੱਖ ਭਵਨ ਨਿਰਮਾਣ ਕਲਾ ਦੀ ਗੱਲ ਕਰਦੇ ਹਾਂ, ਸਿੱਖ ਗੁਰੂਆਂ ਦੇ ਕਾਲ ਸਮੇਂ ਜਾਂ ਸਿੱਖ ਰਾਜਿਆਂ ਦੇ ਸ਼ਾਸਨ ਕਾਲ ਸਮੇਂ ਜੋ ਭਵਨ ਨਿਰਮਾਣ ਇਮਾਰਤਸਾਜ਼ੀ ਹੋਈ ਹੈ, ਇਹ ਤੁਹਾਨੂੰ ਇਸ 'ਤੇ ਚਰਚਾ ਕਰਨ ਲਈ ਇਹ ਕਾਰਨ ਹੀ ਕਿਉਂ ਬਣਿਆ ਹੈ? ਮੈਂ ਆਪਣੇ ਆਰਕੀਟੈਕਚਰ ਦੇ ਜੋ ਕੈਰੀਅਰ ਆ ਉਹਦੇ ਵਿੱਚ ਪਹਿਲੇ ਗਿਰਜਾ ਘਰ ਬਣਾਏ, ਫਿਰ ਮੰਦਿਰ ਬਣਾਏ, ਲੇਕਿਨ ਕੁਛ ਇੱਦਾਂ ਦਾ ਸਬੱਬ ਬਣਿਆ ਕਿ ਗੁਰਦੁਆਰਾ ਸਾਹਿਬ ਬਣਾਉਣ ਦੀ ਕਦੀ ਸਾਨੂੰ ਮੌਕਾ ਨਹੀਂ ਮਿਲਿਆ। ਅੱਜ ਤੋਂ 7 ਸਾਲ ਪਹਿਲੇ ਮੈਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਬੁਲਾਇਆ ਗਿਆ ਅਤੇ ਉਹਦੇ ਵਿੱਚ ਜਦੋਂ ਮੈਨੂੰ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਰਾ ਇਤਿਹਾਸ ਸਟੱਡੀ ਕਰੋ, ਜਿਹਦੇ ਵਿੱਚ ਸਿੱਖਾਂ ਦੇ ਵਧੀਆ ਤੋਂ ਵਧੀਆ ਗੁਰਦੁਆਰੇ ਜਿਹੜੇ ਬਣੇ ਹੋਏ ਆ ਜਾਂ ਕੋਈ ਹੋਰ ਇਮਾਰਤ ਸਾਜ਼ੀ ਦਾ ਕੰਮ ਹੋਇਆ ਉਹਨੂੰ ਸਟੱਡੀ ਕਰੋ। ਉਸ ਤੋਂ ਬਾਅਦ 2 ਮਹੀਨੇ ਲਗਾ ਕੇ ਮੇਰੇ ਕੋਲ ਆਓ, ਫਿਰ ਆਪਾਂ ਅੱਗੇ ਕੰਮ 'ਤੇ ਗੱਲ ਕਰਾਂਗੇ। ਉਸ ਦੌਰਾਨ ਮੈਂ ਬਹੁਤ ਜ਼ਿਆਦਾ ਯੂਨੀਵਰਸਿਟੀਆਂ 'ਚ ਗਿਆ, ਬਹੁਤ ਜ਼ਿਆਦਾ ਘੁੰਮਿਆ ਅਤੇ ਮੈਨੂੰ ਪਤਾ ਲੱਗਿਆ ਵੀ ਕੋਈ ਵੀ ਲਿਟਰੇਚਰ, ਕੋਈ ਵੀ ਕਿਤਾਬ ਇਸ ਵਿਸ਼ੇ ਦੇ ਉੱਤੇ ਉਪਲਬਧ ਨਹੀਂ ਆ ਅਤੇ ਮੈਂ ਬੜਾ ਨਿਰਾਸ਼ ਹੋਇਆ ਅਤੇ ਜੇ ਕੁਛ ਮਿਲਿਆ ਵੀ ਤਾਂ ਉਹ ਬਿਲਕੁਲ ਨਾਮ ਮਾਤਰ ਸੀਗਾ। ਅਤੇ ਇਸ ਕਰਕੇ ਮੇਰੇ ਮਨ 'ਚ ਇਹ ਆਈਡੀਆ ਆਇਆ ਕਿ ਕਿਉਂ ਨਾ ਅਸੀਂ ਇਹਦੇ ਉੱਤੇ ਕੁਛ ਉਪਰਾਲਾ ਕਰੀਏ। ਫਿਰ ਹੁਣ ਜਿਹੜਾ ਤੁਸੀਂ ਸੈਮੀਨਾਰ ਕਰਵਾ ਰਹੇ ਹੋ, ਇਹਦੀ ਵਿਉਂਤਬੰਦੀ ਕਿਵੇਂ ਕੀਤੀ ਹੈ ਤੁਸੀਂ? ਇਹਦੇ ਵਿੱਚ ਮੈਨੂੰ ਕਰੀਬ 1 ਸਾਲ ਲੱਗ ਗਿਆ ਇਹਦੀ ਵਿਉਂਤਬੰਦੀ ਕਰਦੇ, ਕਿਉਂਕਿ ਨਾ ਤਾਂ ਇਹ ਪਤਾ ਲੱਗ ਰਿਹਾ ਸੀ ਵੀ
ਕੌਣ ਇਤਿਹਾਸਕਾਰ ਆ ਜਿਨ੍ਹਾਂ ਨੇ ਇੱਥੇ ਚੰਗਾ ਕੰਮ ਕੀਤਾ, ਕੌਣ ਆਰਕੀਟੈਕਟਸ ਆ ਜਿਨ੍ਹਾਂ ਨੇ ਇੱਥੇ ਚੰਗਾ ਕੰਮ ਕੀਤਾ। ਉਹ ਕੁਰੇਦ ਕੇ ਕਰਕੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਆਇਡੈਂਟੀਫਾਈ ਕੀਤਾ, ਪਹਿਚਾਣ ਕੀਤੀ ਆ। ਫਿਰ ਉਹਨਾਂ ਨਾਲ ਗੱਲਬਾਤ ਕੀਤੀ ਆ, ਉਹਨਾਂ ਨਾਲ ਟਾਈਮ ਲਿਆ, ਫਿਰ ਉਹਨਾਂ ਨੂੰ ਤਿਆਰ ਕਰਨ ਨੂੰ ਵਕਤ ਲੱਗਿਆ ਜਿਸ ਵਿਸ਼ੇ 'ਤੇ ਆਪਾਂ ਬੋਲਣਾ ਚਾਹੁੰਦੇ ਸੀਗੇ। ਅਤੇ ਕਰਦੇ ਇਹ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਵਿਦਵਾਨ ਲੋਕ ਆ, ਆਰਕੀਟੈਕਟਸ ਆ ਜਿਨ੍ਹਾਂ ਨੇ ਸਿੱਖ ਆਰਕੀਟੈਕਚਰ ਦੇ ਉੱਤੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੋਇਆ, ਅਤੇ ਅਸੀਂ ਉਹਨਾਂ ਨਾਲ ਸੰਪਰਕ ਸਾਧਿਆ, ਉਹ ਸਹਿਮਤ ਹੋ ਗਏ। ਇਸੇ ਤਰੀਕੇ ਨਾਲ ਜੋ ਵਿਰਾਸਤ ਖਾਲਸਾ ਦੇ ਆਰਕੀਟੈਕਟ ਹੈਗੇ ਆ, ਜੋ ਬਹੁਤ ਜ਼ਿਆਦਾ ਇੰਟਰਨੈਸ਼ਨਲ ਪੱਧਰ ਦੇ ਮਸ਼ਹੂਰ ਆਦਮੀ ਆ, ਉਹਨਾਂ ਦਾ ਨਾਮ ਹੈ ਮੋਸ਼ੇ ਸਾਫਦੀ। ਫਿਰ ਉਹਨਾਂ ਨਾਲ ਸੰਪਰਕ ਸਾਧਿਆ, ਉਹਨਾਂ ਨੂੰ ਉਹ ਵੀ ਸਹਿਮਤ ਹੋ ਗਏ। ਇਸ ਤਰ੍ਹਾਂ ਕਰਕੇ ਫਿਰ ਲੋਕ ਸਾਡੇ ਨਾਲ ਜੁੜਦੇ ਗਏ, ਅਤੇ ਹੁਣ ਅਸੀਂ ਸਾਰੇ ਵਿਦਵਾਨਾਂ ਨਾਲ ਤਾਲਮੇਲ ਕਰ ਲਿਆ। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ 3 ਐਪੀਸੋਡ ਹੋਣਗੇ 2-2 ਘੰਟੇ ਦੇ ਜੀ। ਪਹਿਲਾ 7 ਤਰੀਕ ਨੂੰ ਹੋਏਗਾ, ਦੂਸਰਾ 14 ਨੂੰ ਹੋਏਗਾ, ਤੀਸਰਾ 21 ਤਰੀਕ ਨੂੰ ਹੋਏਗਾ। ਅੱਛਾ, ਅਤੇ ਹੁਣ ਤੁਸੀਂ ਇਹਨਾਂ ਨੂੰ ਜੇ ਆਪਾਂ ਇੱਕ ਵਰਗਾਂ ਦੀ ਗੱਲ ਕਰੀਏ, ਜਿਵੇਂ ਆਪਾਂ ਸਿੱਖ ਗੁਰੂਆਂ ਨਾਲ ਸੰਬੰਧਿਤ ਆਰਕੀਟੈਕਟ ਦੀ ਗੱਲ ਕਰਦੇ ਹਾਂ, ਜਾਂ ਸਿੱਖ ਰਾਜਿਆਂ ਨਾਲ ਗੱਲ ਕਰਦੇ ਹਾਂ, ਜਾਂ ਉਸ ਤੋਂ ਬਾਅਦ ਜਿੰਨੇ ਵੀ ਇਮਾਰਤਸਾਜ਼ੀ ਹੋਈ ਹੈ, ਇਹਨੂੰ ਕੋਈ ਵਰਗਾਂ 'ਚ ਵੰਡਿਆ ਤੁਸੀਂ ਇਹਦੇ ਵਿੱਚ ਜਿੰਨਾ ਵੀ ਅਸੀਂ ਕੰਮ ਸ਼ਾਮਿਲ ਕਰ ਰਹੇ ਹਾਂ, ਉਹ ਜਾਂ ਤਾਂ ਗੁਰੂ ਸਾਹਿਬਾਨ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਕੋਈ ਵੀ ਗੁਰਦੁਆਰਾ ਸਾਹਿਬ ਹੈ ਜਾਂ ਕੋਈ ਹੋਰ ਇਮਾਰਤ ਹੈ, ਉਹਨੂੰ ਉਹਦੇ ਵਿੱਚ ਜੋੜਿਆ ਗਿਆ ਹੈ। ਅਤੇ ਜਾਂ ਫਿਰ ਜਿਹੜੇ ਸਿੱਖ ਸ਼ਾਸਕ ਆ, ਮਹਾਰਾਜਾ ਰਣਜੀਤ ਸਿੰਘ ਹੋਣ, ਮਹਾਰਾਜਾ ਫਰੀਦਕੋਟ ਹੋਣ, ਮਹਾਰਾਜਾ ਕਪੂਰਥਲਾ ਹੋਣ, ਮਤਲਬ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਜਿਹੜੀਆਂ ਚੰਗੀ ਇਮਾਰਤ ਸਾਜ਼ੀ ਹੋਈ ਆ, ਉਹਨੂੰ ਮਤਲਬ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਸਿੱਖ ਗੁਰੂ ਸਾਹਿਬਾਨਾਂ ਨਾਲ ਜੁੜੇ ਹੋਏ ਜਿਹੜੇ ਨੇ ਹੈਗੇ ਨੇ, ਉਹ ਕਿਹੜੇ ਜ਼ਿਕਰਯੋਗ ਇਮਾਰਤਾਂ ਨੇ? ਉਹਦੇ ਵਿੱਚ ਦੇਖੋ, ਇੱਕ ਤਾਂ ਲਾਹੌਰ ਫੋਰਟ ਦੇ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਕੁਛ ਕੰਮ ਗੁਰਦੁਆਰਾ ਸਾਹਿਬ ਹੈ ਲਾਹੌਰ ਕਿਲੇ ਦੇ ਨਾਲ। ਡਾਕਟਰ ਨਾਦਰਾ ਸ਼ਹਿਬਾਜ਼ ਖਾਨ ਇੱਕ ਬਹੁਤ ਵੱਡੇ ਸਕੋਲਰ ਆ ਪਾਕਿਸਤਾਨ ਦੇ ਮੈਡਮ, ਉਹਨਾਂ ਨੇ ਬਹੁਤ ਜ਼ਿਆਦਾ ਸ਼ਲਾਘਾਯੋਗ ਕੰਮ ਕੀਤਾ ਹੈ ਇਸ ਵਿਸ਼ੇ ਦੇ ਉੱਤੇ, ਅਤੇ ਉਹਨਾਂ ਨੇ ਸਿੱਖ ਆਰਕੀਟੈਕਚਰ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ। ਉਹਨਾਂ ਦੀ PhD ਵੀ ਉਹਦੇ ਨਾਲ ਸੰਬੰਧਿਤ ਹੈ। ਉਹਨਾਂ ਨੇ ਬਾਰਾਦਰੀਜ਼, ਸਮਾਧੀਜ਼, ਇਸ ਤਰ੍ਹਾਂ ਮਤਲਬ ਉਹਨਾਂ ਨੇ ਸਾਰਾ ਕੀਤਾ, ਅਤੇ ਉਹਨਾਂ ਨਾਲ ਸਾਡੀ ਜਦੋਂ ਸੰਪਰਕ ਹੋਇਆ ਅਤੇ ਉਹ ਸਾਡੇ ਪ੍ਰੋਗਰਾਮ 'ਤੇ ਆ ਕੇ ਆਪਣੀ ਗੱਲ ਰੱਖਣ 'ਚ ਸਹਿਮਤ ਹੋ ਗਏ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦਾ ਜਦੋਂ 550 ਸਾਲਾ ਮਨਾਇਆ ਗਿਆ ਕੁਛ ਅਰਸਾ ਪਹਿਲੇ, ਉਹਦੇ ਵਿੱਚ ਇੱਕ ਪ੍ਰੋਫੈਸਰ ਸ਼ਰੂਤੀ H ਕਪੂਰ ਹੈ ਜਲੰਧਰ ਤੋਂ, ਉਹਨਾਂ ਨੂੰ ਡਿਊਟੀ ਲੱਗੀ ਸੀ ਕਿ ਉਹ ਸਾਰੇ ਸੁਲਤਾਨਪੁਰ ਲੋਧੀ ਨੂੰ ਦੀ ਡਾਕੂਮੈਂਟੇਸ਼ਨ ਕਰਨਗੇ, ਅਤੇ ਉਹਨਾਂ ਨੇ ਕਾਫੀ ਜ਼ਿਆਦਾ ਵੇਰਵੇ ਦੇ ਵਿੱਚ ਕਾਫੀ ਡਿਟੇਲ 'ਚ ਜਾ ਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਜਿਤਨੇ ਵੀ ਹੈ ਉਹਨਾਂ ਨੂੰ ਫੋਟੋਗ੍ਰਾਫੀ ਕੀਤੀ ਆ, ਉਹਨਾਂ ਦੇ ਬਾਰੇ ਲਿਖਿਆ ਆ। ਉਹਨਾਂ ਨੂੰ ਵੀ ਅਸੀਂ ਬੁਲਾਇਆ ਹੈ ਕਿ ਉਹ ਬਾਬਾ ਨਾਨਕ ਜੀ ਦੇ ਜੀਵਨ ਨਾਲ ਜੁੜੇ ਹੋਏ ਜਿਹੜੀਆਂ ਬਿਲਡਿੰਗਾਂ ਆ ਉਹਨਾਂ ਦੇ ਉੱਤੇ ਉਹ ਰੋਸ਼ਨੀ ਪਾਉਣਗੇ। ਜੇ ਆਪਾਂ ਗੱਲ ਕਰੀਏ ਇਸ ਜਿਹੜੀ ਭਵਨ ਨਿਰਮਾਣ ਕਲਾ ਦੇ ਵਿੱਚ ਜਿਹੜੀਆਂ ਦੂਸਰੀਆਂ ਸ਼ਾਸਨ ਰਾਜਿਆਂ ਦੇ ਵੱਲੋਂ ਬਣਾਈਆਂ ਗਈਆਂ, ਉਹਨਾਂ 'ਚ ਕੀ ਫ਼ਰਕ ਹੈ ਇਹਨਾਂ ਦੋਨਾਂ ਦੇ ਵਿੱਚ? ਫਰਕ ਬੇਸਿਕਲੀ ਇਸ ਤਰ੍ਹਾਂ ਹੈ ਕਿ ਕਈ ਲੋਕਾਂ ਦਾ ਇਹ ਕਹਿਣਾ ਆ ਕਿ ਸਿੱਖਾਂ ਦੀ ਆਪਣੀ ਕੋਈ ਆਰਕੀਟੈਕਚਰ ਨਹੀਂ ਆ ਜੀ, ਲੇਕਿਨ ਜਦੋਂ ਅਸੀਂ ਸਾਰਾ ਗਹਿਰਾਈ 'ਚ ਗਏ ਹਾਂ ਤਾਂ ਉਹਦੇ 'ਚ ਪਤਾ ਲੱਗਿਆ ਕਿ ਹਾਂ, ਇਹਦੇ ਵਿੱਚ ਮੁਗਲ ਆਰਕੀਟੈਕਚਰ ਦਾ ਵੀ ਕੁਛ ਅਸਰ ਹੈ, ਰਾਜਸਥਾਨ ਆਰਕੀਟੈਕਚਰ ਦਾ ਵੀ ਅਸਰ ਹੈ, ਲੇਕਿਨ ਆਪਣੀ ਸੱਭਿਅਤਾ ਦਾ, ਆਪਣੇ ਮਾਹੌਲ ਦਾ, ਆਪਣੀ ਕਾਰੀਗਰਾਂ ਦਾ ਸਾਰਾ ਮਿਲ ਕੇ ਇਹ ਆਪਣੇ ਆਪ 'ਚ ਇੱਕ ਨਵੇਕਲਾ ਇਮਾਰਤ ਸਾਜ਼ੀ ਦਾ ਨਮੂਨਾ ਨਿਕਲ ਕੇ ਆਇਆ ਹੈ। ਜੇ ਆਪਾਂ ਜ਼ਿਕਰ ਕਰੀਏ ਤਾਂ ਹੁਣ ਇਹ ਗੁਰਦੁਆਰਾ ਕੋਈ ਖਾਸ ਜਿਹੜੇ ਆਪਣੇ ਸਿੱਖ ਗੁਰੂ ਸਾਹਿਬਾਨਾਂ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬ ਜੀ ਦਾ ਜ਼ਿਕਰ ਕਰ ਸਕੀਏ, ਹਰਿਮੰਦਰ ਸਾਹਿਬ ਤਾਂ ਹੈ ਹੀ ਹੈ, ਇਸ ਤੋਂ ਇਲਾਵਾ ਹੋਰ ਕੋਈ ਜਿੱਦਾਂ ਪਾਕਿਸਤਾਨ ਦੇ ਤੁਸੀਂ ਜ਼ਿਕਰ ਕੀਤਾ, ਇੰਡੀਆ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਇਹਦੇ ਵਿੱਚ ਅਸੀਂ ਗੁਰਦੁਆਰਾ ਸਾਡੇ ਇੱਕ ਡਾਕਟਰ ਕੀਰਤੀ ਭੋਂਸਲੇ ਮੈਡਮ ਹੈ ਮਹਾਰਾਸ਼ਟਰ ਤੋਂ, ਉਹਨਾਂ ਦੇ ਨਾਲ ਹੀ ਪ੍ਰੋਫੈਸਰ ਕੁਲਦੀਪ ਕੌਰ ਭਾਟੀਆ ਜੀ ਆ, ਉਹ ਵੀ ਮਹਾਰਾਸ਼ਟਰ ਤੋਂ ਆ। ਦੋਨਾਂ ਨੇ ਮਿਲ ਕੇ ਇੱਕ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ
ਜਿਹੜੇ ਮਾਡਰਨ ਗੁਰਦੁਆਰਾ ਬਣੇ ਆ ਹਿੰਦੁਸਤਾਨ 'ਚ ਵੀ ਜਾਂ ਬਾਹਰਲੇ ਦੇਸ਼ਾਂ 'ਚ ਵੀ, ਜਾਂ ਜਿਹੜੇ ਹਾਲੇ ਬਣ ਰਹੇ ਆ, ਉਹਨਾਂ ਦੇ ਬਾਰੇ ਉਹਨਾਂ ਨੇ ਬਹੁਤ ਵਿਸਤਾਰਪੂਰਵਕ ਦੱਸਿਆ ਹੈ ਕਿ ਵੀ ਗੁਰਦੁਆਰੇ ਜਿਹੜੇ ਆ ਉਹ ਜਿੱਦਾਂ ਜਿੱਦਾਂ ਟੈਕਨੋਲੋਜੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ, ਜਿੱਦਾਂ ਜਿੱਦਾਂ ਨਵੇਂ ਮਟੀਰੀਅਲਸ ਆ ਰਹੇ ਆ, ਉਸ ਤਰੀਕੇ ਨਾਲ ਮਤਲਬ ਸਾਡੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਹੌਲੀ ਹੌਲੀ ਚੇਂਜ ਆ ਰਹੀ ਹੈ। ਉਹ ਬਦਲਾਅ ਇਹ ਦੇਖਣ ਨੂੰ ਮਿਲ ਰਿਹਾ ਹੈ। ਹਾਂਜੀ। ਤੇ ਜੇ ਆਪਾਂ ਰਾਜਿਆਂ ਦੇ ਸ਼ਾਸਨ ਕਾਲ ਦੇ ਵਿੱਚ ਜਾਂ ਉਹਨਾਂ ਦੇ ਸਮੇਂ ਜਿਹੜੀ ਇਮਾਰਤ ਸਾਜ਼ਿਸ਼ ਹੋਈ ਹੈ, ਜੇ ਆਪਾਂ ਉਹ ਗੱਲ ਕਰੀਏ ਤਾਂ ਉਹ 'ਚ ਕੁਝ ਜ਼ਿਕਰ ਜੋ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਜੀ ਜੋ ਸੀ ਜੀ, ਉਹਨਾਂ ਦੀ ਬਹੁਤ ਜ਼ਿਆਦਾ ਦੇਣ ਆ ਆਰਕੀਟੈਕਚਰ ਦੇ ਵਿੱਚ। ਉਹਨਾਂ ਨੇ ਇੱਕ ਮਸਜਿਦ ਆਪਣੇ ਸ਼ਾਸਨ ਕਾਲ 'ਚ ਕਪੂਰਥਲਾ 'ਚ ਬਣਾਈ, ਜਿਹਦੇ ਆਰਕੀਟੈਕਟ ਉਹ ਫਰਾਂਸ ਤੋਂ ਲੈ ਕੇ ਆਏ ਸੀ ਜੀ। ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਿਰਫ ਗੁਰਦੁਆਰੇ ਹੀ ਨਹੀਂ ਬਣਾਉਂਦੇ, ਅਸੀਂ ਸਭ ਧਰਮਾਂ ਦੀ ਇੱਜ਼ਤ ਕਰਦੇ ਹਾਂ। ਉਹਨਾਂ ਨੇ ਮੁਸਲਮਾਨ ਆਪਣੇ ਜਿਹੜੇ ਜਨਤਾ ਸੀ ਉਹਨਾਂ ਦੇ ਥੱਲੇ ਕੰਮ ਰਹਿੰਦੀ ਉਹਨਾਂ ਦੇ ਰਾਜ ਦੇ ਵਿੱਚ, ਉਹਨਾਂ ਵਾਸਤੇ ਇੱਕ ਮਸਜਿਦ, ਜਾਮੀ ਮਸਜਿਦ ਬਣਾਈ ਗਈ ਹੈ ਕਪੂਰਥਲਾ 'ਚ, ਜੋ ਮੇਰੀ ਸਮਝ ਮੁਤਾਬਕ ਇੱਕ ਬਹੁਤ ਹੀ ਬਿਹਤਰੀਨ ਨਮੂਨਾ ਹੈ ਆਰਕੀਟੈਕਚਰ ਦਾ। ਤੇ ਫਿਰ ਆਪਾਂ ਜ਼ਿਕਰ ਕਰਦੇ ਹਾਂ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦੀ, ਜਾਂ ਅੱਛਾ, ਇਹ ਵਿਦਿਅਕ ਸੰਸਥਾਵਾਂ ਨਾਲ ਕੋਈ ਜੁੜੀਆਂ ਚੀਜ਼ਾਂ ਬਣੀਆਂ, ਜਿਵੇਂ ਖਾਲਸਾ ਕਾਲਜ ਤਾਂ ਹੈ। ਜਿਹੜੇ ਭਾਈ ਰਾਮ ਸਿੰਘ ਜੀ ਹੋਏ ਆ, ਬਹੁਤ ਵੱਡੇ ਆਰਕੀਟੈਕਟ ਸੀਗੇ ਉਹ ਪੁਰਾਣੇ ਜ਼ਮਾਨੇ ਦੇ ਜੀ। ਉਹਨਾਂ ਨੇ ਖਾਲਸਾ ਕਾਲਜ ਦੀ ਸਿਰਜਣਾ ਕੀਤੀ ਸੀ, ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਮਹਾਰਾਣੀ ਇੰਗਲੈਂਡ ਦੇ ਉਹਨਾਂ ਨੂੰ ਆਪਣਾ ਐਡਵਾਈਜ਼ਰ ਬਣਾ ਕੇ ਨਾਲ ਲੈ ਗਏ ਸੀ, ਤੇ ਇੱਕ ਇੰਗਲੈਂਡ ਦੇ ਵਿੱਚ ਮਿਊਜ਼ੀਅਮ, ਇੱਕ ਅਜਾਇਬ ਘਰ ਦੀ ਸਿਰਜਣਾ ਕੀਤੀ ਗਈ, ਜਿੱਥੇ ਉਹਨਾਂ ਨੂੰ ਮਤਲਬ ਉਹ ਕੰਮ ਦਿੱਤਾ ਗਿਆ ਸੀਗਾ ਜੀ। ਤੇ ਉਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਉਹ ਲਾਹੌਰ ਦੇ ਆਰਟ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਆ, ਤੇ ਉਹ ਉਹਨਾਂ ਦਾ ਪਿੰਡ ਬਟਾਲਾ ਦੇ ਲਾਗੇ ਸੀਗਾ ਜੀ। ਤੇ ਉਹਨਾਂ ਨੇ ਲਾਹੌਰ ਦੇ ਵਿੱਚ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਹੋਈਆਂ, ਜਿਨ੍ਹਾਂ ਵਿੱਚ ਬਹੁਤ ਕਾਬਲੇ ਤਾਰੀਫ ਇਮਾਰਤਾਂ ਬਣਾਈਆਂ ਹੋਈਆਂ, ਜਿਨ੍ਹਾਂ ਦੇ ਵਿੱਚ ਵਿਦਿਅਕ ਸੰਸਥਾਨ ਵੀ ਹੈਗੇ ਆ, ਹਸਪਤਾਲ ਵੀ ਆ, ਹੋਰ ਵੀ ਇਮਾਰਤਾਂ ਹੈ ਜੀ। ਤੇ ਉਸ ਵਿਸ਼ੇ ਦੇ ਉੱਤੇ ਇੱਕ ਪਾਕਿਸਤਾਨ ਦੇ ਬਹੁਤ ਹੀ ਨਾਮੀ ਗ੍ਰਾਮੀ ਆਰਕੀਟੈਕਟ ਤੇ ਵਿਦਵਾਨ ਪਰਵੇਜ਼ ਵੰਡਲ ਜੀ ਹੈ ਉੱਥੋਂ ਦੇ, ਤੇ ਉਹਨਾਂ ਦੀ ਬੇਗਮ ਸਾਹਿਬਾ ਜੋ ਡਾਕਟਰ ਸਾਜਿਦਾ ਵੰਡਲ ਹੈ ਜੀ, ਉਹ ਦੋਨਾਂ ਨੇ ਭਾਈ ਰਾਮ ਸਿੰਘ ਦੇ ਜੀਵਨ ਤੇ ਉਹਦੇ ਕੰਮਾਂ ਦੇ ਉੱਤੇ ਇੱਕ ਬਹੁਤ ਪ੍ਰਸ਼ੰਸਾ ਜੋ ਕੰਮ ਕੀਤਾ। ਉਹਨਾਂ ਨੇ ਉਹਦੇ ਉੱਤੇ ਇੱਕ ਕਿਤਾਬ ਲਿਖੀ ਹੈ ਜੀ, ਤੇ ਉਹ ਜਿਹੜੀ ਕਿਤਾਬ ਆ ਉਹ ਇੰਨਾ ਵਧੀਆ ਕੰਮ ਆ ਕਿ ਮੈਂ ਸਮਝਦਾ ਕਿ ਇੰਨਾ ਵਧੀਆ ਕੰਮ ਕਦੀ ਹੋਇਆ ਨਹੀਂ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਹ ਸਾਡੇ ਪ੍ਰੋਗਰਾਮ 'ਚ ਆਉਣ ਤੇ ਉਸ ਕਿਤਾਬ ਬਾਰੇ, ਭਾਈ ਰਾਮ ਸਿੰਘ ਬਾਰੇ ਚਾਨਣਾ ਪਾਉਣ। ਅੱਛਾ, ਯਾਨੀ ਕਿ ਉਹ ਭਾਈ ਰਾਮ ਸਿੰਘ ਦੇ ਜੀਵਨ ਕਾਲ ਦੇ ਵਿੱਚ ਜਿੱਥੇ ਉਹਨਾਂ ਨੇ ਕੰਮ ਕੀਤਾ, ਉਹਨਾਂ ਦਾ ਪੂਰਾ ਜ਼ਿਕਰ ਹੈ ਉਹਦੇ 'ਚ? ਹਾਂਜੀ, ਪੂਰਾ ਉਹਨਾਂ ਨੇ ਸਾਰਾ ਲਾਹੌਰ ਦੇ ਵਿੱਚ ਉਹਨਾਂ ਦਾ ਜੋ ਵੀ ਕੰਮ ਸੀਗਾ, ਜਾਂ ਖਾਲਸਾ ਕਾਲਜ ਸੀਗਾ, ਜਾਂ ਇੰਗਲੈਂਡ 'ਚ ਜੋ ਵੀ ਕੰਮ ਸੀਗਾ, ਉਹ ਬਹੁਤ ਜ਼ਿਆਦਾ ਵੱਡੀ ਕਿਤਾਬ ਬਣਾਈ ਆ ਉਹਨਾਂ ਨੇ, ਔਰ ਉਹ ਕਿਤਾਬ ਇੰਟਰਨੈਸ਼ਨਲ ਲੈਵਲ ਦੀ ਆ। ਫਿਰ ਆਪਾਂ ਗੱਲ ਕਰੀਏ ਕਿ ਜਿਹੜਾ ਤੁਸੀਂ ਵੱਖ-ਵੱਖ 3 ਦਿਨ ਰੱਖੇ ਨੇ, 3 ਦਿਨਾਂ 'ਚ ਕੋਈ ਵਰਗ ਵੰਡ ਕੀਤੀ ਹੈ? 7 ਤਰੀਕ ਨੂੰ ਕੀ ਹੋਏਗਾ? ਹਾਂਜੀ, ਜਿਹੜਾ 7 ਤਰੀਕ ਵਾਲਾ ਪ੍ਰੋਗਰਾਮ ਹੈ ਪਹਿਲਾ, ਉਹ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦਾ ਦਿਨ ਹੈ, 7 ਸਤੰਬਰ। ਇਹ ਦਿਨ ਬਹੁਤ ਪਵਿੱਤਰ ਦਿਨ ਹੈ ਸਾਡੇ ਸਾਰੇ ਸਿੱਖਾਂ ਵਾਸਤੇ, ਤੇ ਅਸੀਂ ਇਹ ਦਿਨ ਚੁਣਿਆ ਹੈ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਸਤੇ। ਤੇ ਇਹਦੇ ਵਿੱਚ ਜਿਹੜੀ ਆਰਕੀਟੈਕਚਰ ਦਾ ਜੋ ਓਰੀਜਨਸ ਹੁੰਦਾ ਆ, ਮੁੱਢ ਹੁੰਦਾ ਆ, ਉਹਦੇ ਬਾਰੇ ਚਰਚਾ ਹੋਏਗੀ, ਸ਼ੁਰੂਆਤ ਕਿੱਥੋਂ ਹੋਈ ਜੀ। ਉਸ ਤੋਂ ਬਾਅਦ ਜਿਹੜਾ 14 ਤਰੀਕ ਵਾਲਾ ਪ੍ਰੋਗਰਾਮ ਆ, ਉਹਦੇ ਵਿੱਚ ਹਿਸਟਰੀ ਦੇ ਬਾਰੇ ਦੱਸਿਆ ਗਿਆ, ਇਤਿਹਾਸ ਦੇ ਬਾਰੇ ਦੱਸਿਆ ਗਿਆ ਕਿ ਉਹ ਅੱਗੇ ਅੱਗੇ ਕਿੱਦਾਂ ਵੱਧਦਾ ਗਿਆ ਜੀ। ਜਿਹੜਾ ਲਾਸਟ ਪ੍ਰੋਗਰਾਮ ਆ ਉਹ ਅਸੀਂ ਆਧੁਨਿਕ ਇਮਾਰਤ ਸਾਜ਼ੀ ਦੇ ਉੱਤੇ ਕਰ ਰਹੇ ਹਾਂ, ਜਿਹਦੇ ਵਿੱਚ ਨਵੀਆਂ ਇਮਾਰਤਾਂ ਜਿਹੜੀਆਂ ਰੀਸੈਂਟਲੀ ਬਣੀਆਂ, ਜਾਂ ਜਿੱਦਾਂ ਵਿਰਾਸਤ-ਏ ਖਾਲਸਾ ਦੀ ਗੱਲ, ਜਿੱਦਾਂ ਵਿਰਾਸਤ-ਏ ਖਾਲਸਾ ਹੈ, ਕਰਤਾਰਪੁਰ ਸਾਹਿਬ ਕੋਰੀਡੋਰ ਹੈ, ਇਸ ਤਰ੍ਹਾਂ ਦੀਆਂ ਇਮਾਰਤਾਂ ਦਾ ਉਹਦੇ ਵਿੱਚ ਲਾਸਟ ਵਾਲੇ ਵਿੱਚ ਕਰ ਰਹੇ ਹਾਂ। ਯਾਨੀ ਕਿ ਜੋ ਮੁਲਾਂਕਣ ਕੀਤਾ, ਜਾਂ ਉਹ ਯਾਨੀ ਕਿ
ਉਹਨਾਂ ਨਾਲ ਕੀ ਫਰਕ ਪਿਆ ਜਾਂ ਕੀ ਆਧੁਨਿਕਤਾ ਆਈ ਇਹਦੇ 'ਚ ਉਹੀ ਹੈ? ਹਾਂ, ਮਤਲਬ ਉਹਦੇ ਵਿੱਚ ਇਹ ਹੈ ਕਿ ਵੀ ਬਦਲਾਅ ਕੀ ਹੈ? ਟੈਕਨੋਲੋਜੀ ਆਉਣ ਨਾਲ ਉਹਨਾਂ ਦੀ ਕਿਵੇਂ ਉਹਨਾਂ 'ਚ ਬਦਲਾਅ ਆਇਆ ਹੈ, ਨਵੇਂ ਮਟੀਰੀਅਲ ਆ ਗਏ ਹੈ, ਨਵਾਂ ਬਣਾਉਣ ਦੇ ਢੰਗ ਆ ਗਏ ਹੈ, ਉਹ ਨਵੀਂ ਮਸ਼ੀਨਰੀ ਆ ਗਈ ਹੈ, ਉਸ ਹਿਸਾਬ ਨਾਲ ਨਵੀਂ ਸੋਚ ਹੋ ਗਈ ਹੈ ਲੋਕਾਂ ਦੀ। ਉਸ ਹਿਸਾਬ ਨਾਲ ਜੋ ਸੁੱਖ ਸੁਵਿਧਾਵਾਂ ਉਹਨਾਂ ਦੇ ਵਿੱਚ ਦਿੱਤੀਆਂ ਗਈਆਂ ਉਹ ਕਿੱਦਾਂ ਦਿੱਤੀਆਂ ਗਈਆਂ। ਅੱਛਾ, ਕੁਝ ਖਾਸ ਜਿਹੜੇ ਵਿਦਵਾਨ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਨੇ ਜਾਂ ਆਪਣੇ ਨੈਸ਼ਨਲ ਪੱਧਰ ਦੇ ਨੇ ਜਾਂ ਸਟੇਟ ਪੱਧਰ ਦੇ ਨੇ, ਕਿਹੜੇ ਖਾਸ ਜ਼ਿਕਰਯੋਗ ਵਿਦਵਾਨ ਨੇ ਤੇ ਉਹ ਕਿਸ ਵਿਸ਼ੇ ਤੇ ਗੱਲ ਕਰਨਗੇ? ਆਪਾਂ ਇੰਡੀਆ ਦੀ ਗੱਲ ਕਰੀ, ਪਾਕਿਸਤਾਨ ਦੀ ਤੁਸੀਂ ਗੱਲ ਕਰ ਲਈ, ਵਿਰਾਸਤ-ਏ ਖਾਲਸਾ ਵਾਲੇ ਅਮਰੀਕਾ ਦੇ ਸ਼ਾਇਦ ਨੇ ਉਹਨਾਂ ਦੀ ਵੀ ਗੱਲ ਕਰ ਲਈ ਤੁਸੀਂ। ਹਾਂਜੀ। ਹੁਣ ਇੰਡੀਆ ਤੋਂ ਤੇ ਭਾਰਤ ਤੋਂ ਕਿਹੜੇ ਪੰਜਾਬ ਤੋਂ ਕਿਹੜੇ? ਚੰਡੀਗੜ੍ਹ ਤੋਂ ਡਾਕਟਰ ਐਸ ਭੱਟੀ ਜੋ ਫਾਰਮਰ ਪ੍ਰਿੰਸੀਪਲ ਹੈ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਦੇ, ਉਹ ਬਹੁਤ ਵੱਡੇ ਵਿਦਵਾਨ ਆ। ਉਹਨਾਂ ਨੇ 3 PhDs ਕੀਤੀਆਂ ਹੋਈਆਂ। ਉਹ ਗੋਲਡਨ ਟੈਂਪਲ ਦੀ ਜੋ ਇਮਾਰਤ ਸਾਜੀ ਆ ਉਹਦੇ ਵਿੱਚ ਕੀ ਖਾਸੀਅਤ ਹੈ ਉਹਦੇ ਬਾਰੇ ਉਹ ਚਾਨਣਾ ਪਾਉਣਗੇ। ਤੇ ਉਹਨਾਂ ਤੋਂ ਇਲਾਵਾ ਪ੍ਰੋਫੈਸਰ ਬਲਵਿੰਦਰ ਸਿੰਘ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਸਾਬਕਾ ਪ੍ਰੋਫੈਸਰ। ਉਹ ਵਿਦਵਾਨ ਆ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਇਮਾਰਤਾਂ ਦੀ ਰੱਖ ਰਖਾਓ ਕਿਵੇਂ ਕੀਤੀ ਜਾਵੇ, ਉਹ ਇਸ ਵਿਸ਼ੇ ਦੇ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਉਹਦੇ ਬਾਰੇ ਉਹ ਚਰਚਾ ਕਰਨਗੇ ਜੀ। ਇਹਨਾਂ ਤੋਂ ਇਲਾਵਾ ਡਾਕਟਰ ਜੋਤੀ ਪਾਂਡੇ ਸ਼ਰਮਾ ਹੈ, ਮੂਰਥਲ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਆ। ਉਹ ਬਹੁਤ ਵੱਡੇ ਵਿਦਵਾਨ ਆ। ਉਹ ਮਹਾਰਾਜਾ ਜਗਤਜੀਤ ਸਿੰਘ ਕਪੂਰਥਲਾ ਵਾਲੇ ਮਹਾਰਾਜਾ ਸਾਹਿਬ ਦੇ ਕੰਮਾਂ ਦੇ ਬਾਰੇ ਚਾਨਣਾ ਪਾਉਣਗੇ। ਇਸੇ ਤਰੀਕੇ ਨਾਲ ਡਾਕਟਰ ਸੁਭਾਸ਼ ਪਰਿਹਾਰ ਫਰੀਦਕੋਟ ਤੋਂ ਹੈ, ਉਹ ਇਸ ਵਿਸ਼ੇ ਦੇ ਅੰਤਰਰਾਸ਼ਟਰੀ ਲੈਵਲ ਦੇ ਵਿਦਵਾਨ ਆ। ਉਹ ਮਹਾਰਾਜਾ ਫਰੀਦਕੋਟ ਦੇ ਕੰਮਾਂ ਦੇ ਉੱਤੇ ਚਾਨਣਾ ਪਾਉਣਗੇ। ਇਹ ਚੀਜ਼ਾਂ ਸਾਰੀਆਂ ਵਰਕ ਵੰਡ ਤੁਸੀਂ ਕਰਕੇ ਕੀਤੀ ਹੈ। ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਹੁਣ ਆਪਾਂ ਇਹ ਗੱਲ ਕਰੀਏ ਇਮਾਰਤ ਸਾਜੀ ਦੀ ਜਾਂ ਇਮਾਰਤ ਸਾਜੀ ਸੰਬੰਧੀ ਜਿਹੜੀਆਂ ਦਸਤਾਵੇਜ਼ਾਂ ਦੀ ਗੱਲ ਕਰੀਏ, ਯੂਨੀਵਰਸਿਟੀਆਂ ਸੰਬੰਧੀ ਕੰਮ ਕਰ ਰਹੀਆਂ? ਇਹਦੇ ਵਿੱਚ ਮੇਰੀ ਨੌਲੇਜ ਇਹ ਆਇਆ ਕਿ ਇਤਿਹਾਸ ਦੇ ਵਿੱਚ ਤਾਂ ਕੋਈ ਬਹੁਤ ਜ਼ਿਆਦਾ ਕਾਬਲੇ ਤਾਰੀਫ ਕੰਮ ਨਹੀਂ ਹੋਇਆ ਜੀ, ਲੇਕਿਨ ਹਾਂ ਪਿਛਲੇ 20-25 ਸਾਲ ਦੇ ਵਿੱਚ ਕੁਝ ਲੋਕਾਂ ਨੇ PhDs ਕੀਤੀਆਂ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਵਿੱਚ, ਕੁਝ ਲੋਕਾਂ ਨੇ ਲੇਖ ਵੀ ਲਿਖੇ ਆ। ਲੇਕਿਨ ਉਹ ਸਾਰਾ ਜੋ ਮਟੀਰੀਅਲ ਹੈ ਉਹ ਬਹੁਤ ਅੱਛੀ ਕੁਆਲਿਟੀ ਦਾ ਹੋਣ ਦੇ ਬਾਵਜੂਦ ਵੀ ਉਹ ਕਿਸੇ ਨਾ ਕਿਸੇ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਇੱਕ ਕਾਪੀ ਪਈ ਆ, ਲੇਕਿਨ ਨਾ ਤਾਂ ਉਹਦੀ ਕੋਈ ਕਿਤਾਬ ਬਣ ਸਕੀ ਆ ਤਾਂ ਕਿ ਸਭ ਸਕਾਲਰਸ ਦੇ ਕੋਲ, ਸਭ ਵਿਦਿਆਰਥੀਆਂ ਕੋਲ ਉਹ ਪਹੁੰਚ ਸਕੇ। ਤਾਂ ਇਹ ਜਿਹੜਾ ਸੈਮੀਨਾਰ ਆਯੋਜਨ ਕਰਨ ਦਾ ਸਾਡਾ ਆਈਡੀਆ ਸੀਗਾ, ਉਹ ਇਹ ਉਪਰਾਲਾ ਹੈ ਕਿ ਅਲੱਗ-ਅਲੱਗ ਵਿਸ਼ਿਆਂ ਦੇ ਵਿਦਵਾਨ ਜਿਹੜੇ ਸਿੱਖ ਇਤਿਹਾਸ ਦੇ ਜਾਣਕਾਰ ਆ ਉਹਨਾਂ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ 'ਤੇ ਬੁਲਵਾਇਆ ਜਾਵੇ ਤਾਂ ਕਿ ਉਹ ਆਪਣਾ ਨੌਲੇਜ ਸ਼ੇਅਰ ਕਰ ਸਕਣ, ਦੱਸ ਸਕਣ। ਕੀ ਤੁਸੀਂ ਗੁਰੂਵਾਰ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ? ਜਦੋਂ ਆਪਾਂ ਸਿੱਖ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ ਉਸ ਸਮੇਂ ਉਹਨਾਂ ਦੇ ਕਾਰਜਕਾਲ ਦੌਰਾਨ, ਉਹਨਾਂ ਦੇ ਜੀਵਨ ਕਾਲ ਦੌਰਾਨ ਗੁਰਦੁਆਰਾ ਸਾਹਿਬ ਦਾ ਬਹੁਤ ਅੱਛਾ ਨਿਰਮਾਣ ਹੋਇਆ। ਜਿਵੇਂ ਆਪਾਂ ਦਰਬਾਰ ਸਾਹਿਬ ਦੀ ਗੱਲ ਕਰ ਲਈਏ ਜਾਂ ਪਾਉਂਟਾ ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਗੁਰਦੁਆਰਾ ਸਾਹਿਬ ਨੇ, ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਵੀ ਨੇ ਜੀ। ਤੁਸੀਂ ਗੁਰਦੁਆਰਾ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਜਿੰਨੇ ਵੀ ਸਿੱਖ ਸੰਸਥਾਨ ਆ ਦੇਸ਼ਾਂ 'ਚ ਵੀ ਵਿਦੇਸ਼ਾਂ 'ਚ ਵੀ, ਉਹਨਾਂ ਕਾਫੀ ਸਾਰਿਆਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ। ਇਸੇ ਤਰ੍ਹਾਂ ਵਿਦੇਸ਼ਾਂ 'ਚ ਵੀ ਅਲੱਗ-ਅਲੱਗ ਅਦਾਰੇ ਜੋ ਸਿੱਖਾਂ ਦੇ ਉੱਤੇ ਕੰਮ ਕਰਦੇ ਆ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਸਾਨੂੰ ਕਿਤੇੋਂ ਕੋਈ ਬਹੁਤ ਚੰਗਾ ਹੁੰਗਾਰਾ ਨਹੀਂ ਮਿਲਿਆ। ਅਤੇ ਅਸੀਂ ਹੁਣ ਸਿੱਖ ਚੈਂਬਰ ਆਫ ਕਮਰਸ ਦੇ ਨਾਲ ਮਿਲ ਕੇ ਇਹ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਾਂ। ਚਲੋ ਆਪਾਂ ਜੇ ਬਾਕੀ ਸੰਸਥਾਵਾਂ ਦੀ ਗੱਲ ਛੱਡੀਏ, ਆਪਣੀ ਸਿਰਮੌਰ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੋਂ ਕੀ ਰਿਸਪੌਂਸ ਮਿਲਿਆ? ਵੀ ਮੈਨੂੰ ਇਹ ਲੱਗਦਾ, ਜਿੱਥੋਂ ਮੇਰੀ ਭਾਵਨਾ ਹੈ, ਇਹ ਕਹਿੰਦੇ ਵੀ ਜਿਵੇਂ ਆਪਣੀ ਪ੍ਰਬੰਧਕ ਕਮੇਟੀ ਜਿੱਥੇ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕਰਦੀ ਹੈ, ਉੱਥੇ ਸਿੱਖ ਸ਼ਾਸਨ ਦੇ ਵਿੱਚ ਜਾਂ ਸਿੱਖ ਗੁਰੂ ਸਾਹਿਬਾਨਾਂ ਸੰਬੰਧੀ ਜੋ ਬਣੀਆਂ ਹੋਈਆਂ ਯਾਦਗਾਰਾਂ ਨੇ ਜਾਂ ਹੋਰ ਨੇ, ਇਹਨਾਂ ਸੰਬੰਧੀ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੈ ਜਾਂ ਨਹੀਂ? ਮੈਂ ਸਮਝਦਾ ਕਿ ਅਸੀਂ ਤਾਂ ਇਸ ਸਟੇਜ 'ਤੇ ਇੱਕ ਬੀਜ ਹੀ ਬੋ ਰਹੇ ਹਾਂ। ਜਦੋਂ ਸਾਡਾ ਇਹ ਕੰਮ ਲੋਕਾਂ ਦੇ ਸਾਹਮਣੇ ਆਏਗਾ ਅਤੇ ਲੋਕਾਂ 'ਚ ਥੋੜ੍ਹੀ ਜਾਗਰੂਕਤਾ ਆਏਗੀ। ਇਸ ਤੋਂ ਅਗਲਾ ਪਲਾਨ ਸਾਡਾ ਇਹ ਹੈ ਕਿ ਅਸੀਂ ਇਹ ਸਾਰੇ ਵਿਦਵਾਨਾਂ ਤੋਂ ਲੇਖ ਲਿਖਵਾ ਕੇ ਅਤੇ ਇਹ ਸਾਰੇ ਕੰਮ ਨੂੰ ਡਾਕੂਮੈਂਟ ਕਰਕੇ ਇੱਕ ਕਿਤਾਬ ਦੀ ਸ਼ਕਲ 'ਚ ਇਹਨੂੰ ਛਾਪਣਾ ਚਾਹਾਂਗੇ ਤਾਂ ਕਿ ਉਹ ਵੱਖਰੀਆਂ ਲਾਇਬ੍ਰੇਰੀਆਂ ਦੇ ਵਿੱਚ ਜਾ ਕੇ
ਜਿੱਥੋਂ ਵਿਦਿਆਰਥੀ ਤੇ ਹੋਰ ਅੱਗੇ ਆਪਣੇ ਇਸ ਕੰਮ ਦਾ ਪ੍ਰਚਾਰ ਪ੍ਰਸਾਰ ਹੋ ਸਕੇ, ਉਹਦਾ ਉਪਰਾਲਾ ਕਰਾਂਗੇ। ਮੈਨੂੰ ਲੱਗਦਾ ਉਸ ਸਟੇਜ 'ਤੇ ਸ਼ਾਇਦ ਲੋਕ ਸਾਡੇ ਨਾਲ ਜੁੜਨਗੇ। ਇਹ ਸਨ ਸ਼੍ਰੀ ਸੁਰਿੰਦਰ ਬਾਗਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਧਰਮ ਨਾਲ ਅਤੇ ਸਿੱਖਾਂ ਦੇ ਸੰਬੰਧੀ ਜਿਹੜੀਆਂ ਵੀ ਇਮਾਰਤ ਸਾਜੀਆਂ ਹੋਈਆਂ ਨੇ ਉਹ ਇੰਨੀਆਂ ਵਿਲੱਖਣ ਨੇ, ਉਹ ਵਿਲੱਖਣ ਪਹਿਚਾਣ ਰੱਖਦੀਆਂ ਨੇ ਸਿੱਖਾਂ ਦੇ ਸ਼ਖਸੀਅਤ ਦੀ ਤਰ੍ਹਾਂ ਹੀ, ਅਤੇ ਸਿੱਖੀ ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਦੀ ਤਰ੍ਹਾਂ ਉਹ ਵੱਖਰੀਆਂ ਨੇ, ਉਹ ਇੱਕ ਲੱਖ ਮੁਕਾਮ ਰੱਖਦੀਆਂ ਨੇ। ਪਰ ਉਹਦੀ ਸਾਂਭ ਸੰਭਾਲ, ਉਹਦੇ ਡਾਕੂਮੈਂਟਰੀ ਦਸਤਾਵੇਜ਼ ਵਜੋਂ ਹਜੇ ਕੋਈ ਵੱਡਾ ਉਪਰਾਲਾ ਨਹੀਂ ਹੋਇਆ। ਜਦੋਂ ਕਿ ਉਹਨਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸੰਪਰਕ ਕੀਤਾ, ਅਤੇ ਸਿੱਖ ਚੈਂਬਰ ਆਫ ਦੀ ਗੱਲ ਕਰਦੇ ਨੇ, ਉਹਨਾਂ ਨਾਲ ਜੁੜ ਕੇ ਪ੍ਰੋਗਰਾਮ ਕਰ ਰਹੇ ਨੇ। ਪਰ ਹੁੰਗਾਰਾ ਜਿੰਨਾ ਸੁਸਾਇਟੀਆਂ ਦਾ ਜਾਂ ਜਿੰਨੀਆਂ ਆਪਣੀਆਂ ਸੰਸਥਾਵਾਂ ਦਾ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਵੱਲੋਂ ਉਹਨਾਂ ਨੂੰ ਜਿੰਨਾ ਹੁੰਗਾਰਾ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ। ਪਰ ਉਹ ਉਪਰਾਲਾ ਕਰ ਰਹੇ ਨੇ ਕਿ ਜਿਹੜਾ ਉਹ ਤੇ ਇਹ 3 ਕਿਸ਼ਤਾਂ ਦੇ ਵਿੱਚ ਇਹ ਸਾਰੀਆਂ ਚਰਚਾਵਾਂ ਕਰਨਗੇ। ਵੱਡੇ ਵੱਡੇ ਵਿਦਵਾਨਾਂ ਨੇ ਜਿਨ੍ਹਾਂ ਸਿੱਖ ਆਰਕੀਟੈਕਟ 'ਤੇ ਖੋਜ ਕੀਤੀ ਹੈ, ਸਰਚ ਕੀਤੀ ਹੈ, ਉਹਨਾਂ ਦੇ ਜਿਹੜੇ ਭਾਸ਼ਣ ਨੇ ਉਹਨਾਂ ਸੰਬੰਧੀ ਇੱਕ ਦਸਤਾਵੇਜ਼ ਬਣਾਇਆ ਜਾਏਗਾ, ਡਾਕੂਮੈਂਟ ਬਣਾਇਆ ਜਾਏਗਾ। ਫਿਰ ਇਹ ਆਸ ਰੱਖਦੇ ਨੇ ਕਿ ਫਿਰ ਸ਼ਾਇਦ ਸਾਡੀਆਂ ਯੂਨੀਵਰਸਿਟੀਆਂ ਜਾਂ ਸਾਡੀਆਂ ਸੰਸਥਾਵਾਂ ਜਿਹੜੀਆਂ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਨੇ ਉਹ ਇਸ 'ਤੇ ਬੀਜ ਤੋਂ ਇਹਨੂੰ ਫਿਰ ਪਾਣੀ ਦੇਣ ਤੋਂ ਬਾਅਦ ਬੂਟਾ ਬਣਾਉਣ ਦੀ ਉਮੀਦ ਰੱਖਦੇ ਨੇ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਉਪਰਾਲਾ ਸਫਲ ਹੋਵੇ ਅਤੇ ਸਿੱਖ ਧਰਮ ਅਤੇ ਸਿੱਖਾਂ ਨੂੰ ਉੱਥੋਂ ਆਪਣੀਆਂ ਗੁਰੂਆਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਂ ਆਪਣੇ ਸਿੱਖ ਧਰਮ ਨਾਲ ਜੁੜੇ ਹੋਏ ਜਿਹੜੇ ਸਿੱਖ ਧਰਮ ਦੇ ਪੈਰੋਕਾਰ ਨੇ ਉਹਨਾਂ ਵੱਲੋਂ ਸਿਰਜੀਆਂ ਗਈਆਂ ਚੀਜ਼ਾਂ ਦਾ ਵੀ ਪਤਾ ਲੱਗੇਗਾ, ਅਤੇ ਨਵੀਂ ਪੀੜ੍ਹੀ ਨੂੰ ਇਸ ਤੋਂ ਇੱਕ ਨਵੀਂ ਸੇਧ ਮਿਲੇਗੀ। ਕਿ ਉਹ ਇਸ ਦੇ ਵਿੱਚ ਚਾਹੇ ਉਹ ਇੱਕ ਗੱਲ ਕੀਤੀ ਉਹਨਾਂ ਨੇ ਕਿ ਜਿਹੜਾ ਲਾਸਟ ਸੈਸ਼ਨ ਆ ਉਹਦੇ ਵਿੱਚ ਇਹਨਾਂ ਨੇ ਕੀਤਾ ਕਿ ਹੁਣ ਬਦਲਾਅ ਕਿਵੇਂ ਆਇਆ, ਨਵੀਂ ਮਸ਼ੀਨਰੀ ਆ ਗਈ, ਨਵੀਂ ਟੈਕਨੀਕ ਆ ਗਈ, ਜਿਵੇਂ ਕਿ ਵਿਰਾਸਤ-ਏ ਖਾਲਸਾ ਦੀ ਗੱਲ ਕੀਤੀ ਹੈ, ਕੋਰੀਡੋਰ ਦੀ ਗੱਲ ਕੀਤੀ ਹੈ, ਇਸ ਦੇ ਵਿੱਚ ਆਧੁਨਿਕਤਾ ਸ਼ਾਮਲ ਵੀ ਹੋ ਗਈ ਹੈ। ਅਤੇ ਯਾਨੀ ਕਿ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਰੇ ਵੀ ਗਿਆਨ ਹੋਣਾ ਚਾਹੀਦਾ ਕਿ ਸਾਡਾ ਇਤਿਹਾਸ ਕੀ ਸੀ, ਫਿਰ ਉਹਦੇ ਵਿੱਚ ਕਿਵੇਂ ਉਥਾਨ ਹੋਇਆ ਅਤੇ ਹੁਣ ਕਿਵੇਂ ਬਦਲਾਅ ਕਿਵੇਂ ਹੋ ਰਿਹਾ। ਅਤੇ ਇਸ ਦੀ ਸਥਾਪਤੀ ਲਈ ਇਹਨਾਂ ਦਾ ਉਪਰਾਲਾ ਸਫਲ ਰਹੇ। ਸਾਡੀਆਂ ਸ਼ੁਭਕਾਮਨਾਵਾਂ ਇਹਨਾਂ ਨਾਲ ਨੇ। ਅਸੀਂ ਜਿਹੀਆਂ ਚਰਚਾਵਾਂ ਦਰਸ਼ਕਾਂ ਸਾਹਮਣੇ ਰੱਖਦੇ ਰਹਿੰਦੇ ਹਾਂ ਤਾਂ ਜੋ ਆਪਣੇ ਵਿਰਸੇ ਨਾਲ ਅਤੇ ਆਪਣੇ ਨਾਲ ਜੁੜੇ ਰਹਿਣ ਅਤੇ ਉਸ ਤੋਂ ਆਪਣੇ ਭਵਿੱਖ ਦੀ ਕਾਮਨਾ ਕਰਨ ਅਤੇ ਉਹਦੇ ਵਿੱਚ ਜੁਟ ਜਾਣ, ਚਾਹੇ ਉਹ ਨਵੀਂ ਪੀੜ੍ਹੀ ਹੋਵੇ ਅਤੇ ਚਾਹੇ ਸਾਡੇ ਪੁਰਾਣੇ ਬਜ਼ੁਰਗ ਹੋਣ, ਉਹਨਾਂ ਨੂੰ ਸੇਧ ਦਿੰਦੇ ਰਹਿਣ। ਯਹੀਆਂ ਉਮੀਦਾਂ ਲੈ ਕੇ ਅਸੀਂ ਅਜਿਹੀਆਂ ਚਰਚਾਵਾਂ ਦਰਸ਼ਕਾਂ ਸਾਹਮਣੇ ਰੱਖਦੇ ਰਹਿੰਦੇ ਹਾਂ। ਜੇ ਸਾਡੀਆਂ ਇਹ ਕੋਸ਼ਿਸ਼ਾਂ ਦਰਸ਼ਕਾਂ ਨੂੰ ਠੀਕ ਲੱਗਦੀਆਂ ਨੇ ਤਾਂ ਉਹ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨ ਅਤੇ ਲਗਾਤਾਰ ਵੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।